ਅੱਜ ਅਸੀਂ ਭਗਵਦ ਗੀਤਾ ਸ਼ਲੋਕ ਸੰਖਿਆ 1.24 ਅਤੇ 1.25 डिस्कस करना है। ठीक है। ओके। नमो विष्णु पदाय कृष्ण पृष्ठाय भूतले श्रीमदे भक्ति विकास स्वामिनिति नामने नमो विष्णु पदाय कृष्ण पृष्ठाय भूतले श्रीमदे भक्ति वेदांत स्वामिनिति नामने नमस्ते सारस्वते देवे गौरवाणी प्रचारिणे निर्विशेष शून्यवादी पाश्चात्य देशतारिणे श्रील प्रभुपाद की जय। ओके ते श्लोक संख्या 1.24 संजय उवाच एवमुक्तो ऋषिकेशो गुडाकेशेन भारत सेनयोरुभयोर्मध्ये स्थापित्वा रथो मम। Translation. Sanjay said, O descendant of Bharata, having thus been addressed by Arjuna, Lord Krishna drew up the fine chariot in the midst of the armies of both parties. ਤੇ ਜਿੱਦਾਂ ਕਿ ਸਾਨੂੰ ਆਲਰੇਡੀ ਉਪਸਥਿਤ ਭਗਤਾਂ ਨੂੰ ਪਤਾ ਹੈਗਾ ਕਿ ਭਗਵਦ ਗੀਤਾ ਦੀ ਕੀ ਪ੍ਰਿਸ਼ਠਭੂਮੀ ਚੱਲ ਰਹੀ ਹੈ। ਜਿਹੜੇ ਸੰਜੇ ਨੇ ਉਹ ਮਹਾਰਾਜ ਧ੍ਰਿਤਰਾਸ਼ਟਰ ਨੂੰ ਭਗਵਦ ਗੀਤਾ ਦਾ ਲਾਈਵ ਟੈਲੀਕਾਸਟ ਸਿੱਧਾ ਪ੍ਰਸਾਰਨ ਸਭ ਦੱਸ ਰਹੇ ਨੇ ਜੋ ਯੁੱਧ ਭੂਮੀ ਵਿੱਚ ਚੱਲ ਰਿਹਾ ਹੈ। ਤੇ ਇਸ ਸ਼ਲੋਕ ਵਿੱਚ ਸੰਜੇ ਮਹਾਰਾਜ ਧ੍ਰਿਤਰਾਸ਼ਟਰ ਨੂੰ ਦੱਸ ਰਹੇ ਨੇ ਕਿ ਜਦੋਂ ਅਰਜੁਨ ਨੇ ਰਿਕੁਐਸਟ ਕੀਤੀ ਭਗਵਾਨ ਕ੍ਰਿਸ਼ਨ ਨੂੰ ਤੇ ਭਗਵਾਨ ਕ੍ਰਿਸ਼ਨ ਰਥ ਜਿਹੜਾ ਹੈ ਉਹ ਦੋਵਾਂ ਸੈਨਾਵਾਂ ਦੇ ਵਿਚਕਾਰ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਰਥ ਖੜਾ ਕਰ ਦਿੱਤਾ। ਠੀਕ ਹੈ। ਤੇ ਇੱਥੇ ਜਿਹੜੇ ਸੰਜੇ ਨੇ ਉਹ ਇਸ ਸ਼ਲੋਕ ਦੇ ਵਿੱਚ ਅਰਜੁਨ ਨੂੰ ਗੁੜਾਕੇਸ਼ ਕਹਿ ਰਹੇ ਨੇ ਤੇ ਭਗਵਾਨ ਨੂੰ ਰਿਸ਼ੀਕੇਸ਼ ਕਹਿ ਰਹੇ ਨੇ। ਠੀਕ ਹੈ। ਤੇ ਆਲਰੇਡੀ ਵੈਸੇ ਅਸੀਂ ਇਸ ਬਾਰੇ ਕਾਫੀ ਸੁਣ ਚੁੱਕੇ ਹਾਂ। ਥੋੜਾ ਜਿਹਾ ਬਰੀਫ ਮੈਂ ਇਹਦੇ ਬਾਰੇ ਕਰਨਾ ਚਾਹਾਂਗਾ ਕਿ ਗੁੜਾਕੇਸ਼ मतलब गुड़ाका मतलब नींद ਤੇ ਗੁੜਾਕੇਸ਼ ਮਤਲਬ ਜਿਹਨੇ ਆਪਣੀ ਨੀਂਦ ਤੇ ਜਿੱਤ ਪ੍ਰਾਪਤ ਕਰ ਲਿੱਤੀ ਹੈ। ਠੀਕ ਹੈ। ਤੇ ਨੀਂਦ ਤਾਂ ਪ੍ਰਭੂਪਾਦ ਇੱਥੇ ਪਰਪਟ 'ਚ ਲਿਖ ਰਹੇ ਨੇ, ਤਾਤਪਰਯ 'ਚ ਲਿਖ ਰਹੇ ਨੇ ਕਿ ਜਿਹੜੀ ਨੀਂਦ ਹੈ ਉਹਦਾ ਮਤਲਬ ਅਗਿਆਨਤਾ ਤੋਂ ਵੀ ਹੈ। ਠੀਕ ਹੈ। ਸਿੰਪਲ ਇਟਸ ਨੋਟ ਸਿੰਪਲ ਸਲੀਪ। ਠੀਕ ਹੈ। ਸਲੀਪ ਦਾ ਮਤਲਬ ਇੱਥੇ ਕੀ ਹੈ? ਅਗਿਆਨਤਾ। ਮਤਲਬ ਨਾਰਮਲ ਨੀਂਦ ਵੀ ਹੈਗੀ ਹੈ ਤੇ ਅਗਿਆਨਤਾ ਵੀ ਹੈਗਾ ਇਹਦਾ ਮੀਨਿੰਗ। ਠੀਕ ਹੈ। ਜਿਹੜੇ ਅਰਜੁਨ ਸੀ ਉਹ ਮਤਲਬ 24 hours a day he was remembering Krishna। ਮਤਲਬ ਕਿ 24 ਘੰਟੇ ਉਹ ਭਗਵਾਨ ਦਾ ਸਮਰਨ ਕਰਦੇ ਸੀ, ਜਾਗਦੇ ਹੋਏ, ਸੌਂਦੇ ਹੋਏ, ਚਲਦੇ ਹੋਏ। ਠੀਕ ਹੈ। ਖਾਂਦੇ ਪੀਂਦੇ, ਇਨ ਐਵਰੀ ਸਟੇਟ ਆਫ ਮਾਈਂਡ, ਹਰ ਸਥਿਤੀ ਦੇ ਵਿੱਚ। ਇਸ ਕਰਕੇ ਅਰਜੁਨ ਨੂੰ ਇੱਥੇ ਗੁੜਾਕੇਸ਼ ਕਿਹਾ ਗਿਆ ਹੈ ਤੇ ਭਗਵਾਨ ਨੂੰ ਇੱਥੇ ਰਿਸ਼ੀਕੇਸ਼ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ ਕਿਉਂਕਿ ਜਿਹੜੇ ਰਿਸ਼ੀਕੇਸ਼ ਹਨ, ਰਿਸ਼ੀਕੇਸ਼ ਦਾ ਮਤਲਬ ਹੈ ਕਿ ਇੰਦਰੀਆਂ ਦੇ ਸਵਾਮੀ। ਠੀਕ ਹੈ। ਤੇ ਅਰਜੁਨ ਨੇ ਜਦੋਂ ਭਗਵਾਨ ਨੂੰ ਰਿਕੁਐਸਟ ਕੀਤੀ ਕਿ ਜਿਹੜਾ ਰੱਥ ਹੈ ਉਹ ਦੋਨੋਂ ਸੈਨਾਵਾਂ ਦੇ ਵਿਚਕਾਰ ਲੈ ਕੇ ਜਾਣ ਲਈ ਭਗਵਾਨ ਨੂੰ ਪ੍ਰਾਰਥਨਾ ਕੀਤੀ ਤਾਂ ਭਗਵਾਨ ਨੂੰ ਇੱਥੇ ਰਿਸ਼ੀਕੇਸ਼ ਕਹਿ ਕੇ ਇਸ ਕਰਕੇ ਸੰਬੋਧਿਤ ਕੀਤਾ ਗਿਆ ਕਿਉਂਕਿ ਭਗਵਾਨ ਆਲਰੇਡੀ ਜਾਣਦੇ ਨੇ ਕਿ ਅਰਜੁਨ ਕਿਸ ਦੁਵਿਧਾ ਵਿੱਚ ਫਸੇ ਨੇ ਤੇ ਕਿਉਂ ਮੈਨੂੰ ਇਹ ਕਹਿ ਰਹੇ ਨੇ ਕਿ ਜਿਹੜਾ ਰੱਥ ਹੈ ਉਹ ਦੋਨਾਂ ਸੈਨਾਵਾਂ ਦੇ ਵਿਚਕਾਰ ਲੈ ਕੇ ਜਾਣਾ ਹੈ। ਠੀਕ ਹੈ। ਤੇ ਇਹ ਬੇਸਿਕਲੀ ਜਿਹੜਾ ਸ਼ਲੋਕ ਹੈ 1.25 ਉਹਦੀ ਬੇਸਿਕਲੀ ਇਹ ਥੋੜੀ ਜਿਹੀ ਬੈਕਗਰਾਉਂਡ ਹੈ। ਤੇ 1.25 ਚ ਭਗਵਾਨ ਕਹਿ ਰਹੇ ਨੇ भीषम द्रोण प्रमुखता सर्वेशाम च महीक्षिताम उवाच पार्थ पश्यतान संवेतान कुरुनिति। In the presence of Bhishma, Drona and all other chieftains of the world, the Lord said, just behold Parth, all the Kurus assembled here। ਤੇ ਭਗਵਾਨ ਰਥ ਜਿਹੜਾ ਉਹ ਵਿਚਕਾਰ ਲੈ ਜਾ ਚੁੱਕੇ ਨੇ ਔਰ ਇੱਥੇ ਭਗਵਾਨ ਅਰਜੁਨ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਨੇ ਕਿ ਹੇ ਪਾਰਥ, ਇੱਥੇ
ਉਪਸਥਿਤ ਭੀਸ਼ਮ, द्रोण ਤੇ ਬਾਕੀ ਸਾਰੇ ਜਿਹੜੇ ਮੇਨ ਲੀਡਰ ਨੇ ਉਹਨਾਂ ਦੀ ਤਰਫ ਦੇਖੋ, ਜਿਹੜੇ ਵੀ ਕੁਰੂ ਇੱਥੇ ਇਕੱਠੇ ਹੋਏ ਨੇ। ਸੋ ਇਸ ਸ਼ਲੋਕ ਦੇ ਵਿੱਚ ਬੇਸਿਕਲੀ ਭਗਵਾਨ ਅਰਜੁਨ ਨੂੰ ਕਹਿ ਰਹੇ ਨੇ, ਅਰਜੁਨ ਨੂੰ ਕਿਹਦੇ ਸਾਹਮਣੇ ਲੈ ਕੇ ਗਏ? ਭੀਸ਼ਮ, द्रोण, ਠੀਕ ਹੈ, ਜਿਹੜੇ ਇਹ ਉਹ ਦੋ ਪ੍ਰਮੁੱਖ ਸ਼ਖਸੀਅਤਾਂ ਸੀਗੀਆਂ ਜਿਨ੍ਹਾਂ ਨਾਲ ਅਰਜੁਨ ਦਾ ਸਭ ਤੋਂ ਵੱਧ ਲਗਾਅ ਸੀਗਾ। ਠੀਕ ਹੈ, ਅਰਜੁਨ ਦੀ ਸਭ ਤੋਂ ਜ਼ਿਆਦਾ ਅਟੈਚਮੈਂਟ, ਸਭ ਤੋਂ ਜ਼ਿਆਦਾ ਪ੍ਰੇਮ, ਸਭ ਤੋਂ ਜ਼ਿਆਦਾ ਸਨੇਹ, ਸਭ ਤੋਂ ਜ਼ਿਆਦਾ ਲਗਾਵ ਭੀਸ਼ਮ ਔਰ द्रोणाचार्य ਨਾਲ ਸੀਗਾ। ਠੀਕ ਹੈ, ਤੇ ਭਗਵਾਨ ਅਰਜੁਨ ਨੂੰ ਇਹਨਾਂ ਦੇ ਸਾਹਮਣੇ ਲੈ ਕੇ ਗਏ। ਠੀਕ ਹੈ, ਕੌਰਵਾਂ ਦੀ ਸੈਨਾ ਦੇ ਵਿੱਚ ਹੋਰ ਬਹੁਤ ਸਾਰੇ ਯੋਧਾ ਸੀਗੇ। ਅਗਰ ਭਗਵਾਨ ਅਰਜੁਨ ਨੂੰ ਦੁਸ਼ਾਸਨ ਦੇ ਸਾਹਮਣੇ ਲੈ ਕੇ ਜਾਂਦੇ ਪ੍ਰੋਪਰਲੀ, ਜਾਂ ਦੁਰਯੋਧਨ ਦੇ ਸਾਹਮਣੇ ਲੈ ਕੇ ਜਾਂਦੇ, ਜਾਂ ਜੈਦਰਥ ਦੇ ਸਾਹਮਣੇ ਲੈ ਕੇ ਜਾਂਦੇ ਜਿਹਨੇ ਦ੍ਰੋਪਦੀ ਦਾ ਅਪਮਾਨ ਕੀਤਾ ਸੀ, ਤੇ ਸ਼ਾਇਦ ਫਿਰ ਸਾਨੂੰ ਕਦੇ ਭਗਵਦ ਗੀਤਾ ਸੁਣਨ ਦਾ ਮੌਕਾ ਹੀ ਨਹੀਂ ਮਿਲਦਾ। ਭਗਵਦ ਗੀਤਾ ਸ਼ਾਇਦ ਭਗਵਾਨ ਨੂੰ ਬੋਲਣੀ ਨਾ ਪੈਂਦੀ, ਕਿਉਂਕਿ ਮੇ ਬੀ ਅਰਜੁਨ ਉਹਨਾਂ ਨੂੰ ਵੇਖ ਕੇ ਪਹਿਲਾਂ ਹੀ ਗੁੱਸੇ 'ਚ ਆ ਜਾਂਦੇ ਤੇ ਉਹਨਾਂ ਨੇ ਕਹਿਣਾ ਸੀਗਾ ਕਿ ਨਹੀਂ, ਮੈਂ ਤੇ ਯੁੱਧ ਕਰਨਾ ਹੀ ਕਰਨਾ ਹੈ। ਠੀਕ ਹੈ, ਲੇਕਿਨ ਭਗਵਾਨ ਕਿੱਥੇ ਲੈ ਕੇ ਗਏ ਉਹਨਾਂ ਨੂੰ? ਭੀਸ਼ਮ ਔਰ द्रोण ਦੇ ਸਾਹਮਣੇ। ਤੇ ਭੀਸ਼ਮ ਔਰ द्रोण ਦੇ ਨਾਲ ਅਰਜੁਨ ਦਾ ਬਹੁਤ ਵੱਧ ਲਗਾਵ ਸੀਗਾ, ਔਰ ਇਸ ਲਗਾਵ ਕਰਕੇ ਭਗਵਾਨ ਜਾਣਬੁੱਝ ਕੇ ਉਹਨਾਂ ਨੂੰ ਸਾਹਮਣੇ ਲੈ ਕੇ ਗਏ, ਕਿਉਂਕਿ ਭਗਵਾਨ ਸਭ ਤੋਂ ਪਹਿਲਾਂ ਜੇ ਜੀਵ ਦੇ ਉੱਪਰ ਕਿਰਪਾ ਕਰਦੇ ਨੇ ਤਾਂ ਪਹਿਲੀ ਕਿਰਪਾ ਹੀ ਕਰਦੇ ਨੇ ਕਿ ਸਾਡੀ ਜਿਹੜੀ ਹੈ ਉਹ ਅਟੈਚਮੈਂਟ ਜਿਹੜੀ ਹੈ ਉਹ ਖਤਮ ਕਰਦੇ ਨੇ। ਸਾਡਾ ਜਿਹੜਾ ਲਗਾਵ ਹੈ, ਚਾਹੇ ਉਹ ਸਾਡੇ ਪਰਿਵਾਰ ਨਾਲ ਹੈ, ਚਾਹੇ ਉਹ ਸਾਡੀ ਪੋਜੈਸ਼ਨ, ਸਾਡੇ ਕੋਲ ਜਿਹੜਾ ਸਾਜੋ ਸਮਾਨ, ਜਿਹੜੀ ਵਸਤੂਆਂ ਹੈਗੀਆਂ ਉਹਨਾਂ ਦੇ ਨਾਲ ਸਾਡਾ ਕੋਈ ਲਗਾਵ ਹੈ, ਸਾਡੇ ਰਿਸ਼ਤੇਦਾਰਾਂ ਦੇ ਨਾਲ ਸਾਡਾ ਲਗਾਵ ਹੈ, ਮਾਤਾ ਪਿਤਾ ਦੇ ਨਾਲ ਸਾਡਾ ਲਗਾਵ ਹੈ, ਤੇ ਭਗਵਾਨ ਸਭ ਤੋਂ ਪਹਿਲਾਂ ਸਾਡੀ ਅਟੈਚਮੈਂਟ ਦੇ ਬਾਰੇ ਸਾਨੂੰ, ਮਤਲਬ ਅਟੈਚਮੈਂਟ ਦੇ ਬਾਰੇ ਸਾਨੂੰ ਦੱਸਦੇ ਨੇ ਕਿ ਇਹ ਜਿਹੜੀ ਤੁਹਾਡੀ ਅਟੈਚਮੈਂਟ ਹੈ, ਜਦ ਤੱਕ ਤੁਸੀਂ ਅਟੈਚਮੈਂਟ ਨਹੀਂ ਖਤਮ ਕਰੋਗੇ, ਜਦ ਤੱਕ ਤੁਸੀਂ ਆਪਣਾ ਲਗਾਵ ਨਹੀਂ ਖਤਮ ਕਰੋਗੇ ਸੰਸਾਰ ਦੇ ਨਾਲ, ਸੰਸਾਰ ਦੀਆਂ ਵਸਤੂਆਂ ਦੇ ਨਾਲ, ਤਦ ਤੱਕ ਤੁਸੀਂ ਭਗਤੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ। ਠੀਕ ਹੈ, ਜਿੱਦਾਂ ਕਿ ਉਹ ਕਿਹਾ ਜਾਂਦਾ ਨਾ ਕਿ ਜੇ ਅਸੀਂ ਨਦੀ ਦੇ ਵਿੱਚ ਸਫ਼ਰ ਕਰਨਾ ਹੈ ਕਿਸੇ ਕਸ਼ਤੀ ਦੇ ਨਾਲ, ਤਾਂ ਸਾਨੂੰ ਚੱਪੂ ਵੀ ਚਲਾਉਣਾ ਪੈਂਦਾ ਹੈ ਕਸ਼ਤੀ ਨੂੰ ਅੱਗੇ ਵਧਾਉਣ ਲਈ, ਤੇ ਪਲੱਸ ਜਿਹੜੀ ਖੂੰਟੇ ਦੇ ਨਾਲ ਕਸ਼ਤੀ ਬੰਨੀ ਹੋਈ ਹੈ ਉਹ ਖੂੰਟਾ ਵੀ ਖੋਲਣਾ ਪਏਗਾ। ਠੀਕ ਹੈ, ਤੇ ਹਰੀ ਨਾਮ ਜਿਹੜਾ ਹੈ ਉਹ ਇੱਕ ਚੱਪੂ ਦੇ ਸਮਾਨ ਹੈ, ਜਿਹੜਾ ਸਾਨੂੰ ਸੰਸਾਰ ਦਾ, ਜਿਹੜਾ ਸੰਸਾਰ ਰੂਪੀ ਨਦੀ ਨੂੰ ਜਾਂ ਸੰਸਾਰ ਰੂਪੀ ਸਾਗਰ ਨੂੰ ਪਾਰ ਕਰਾਉਂਦਾ ਹੈ। ਤੇ ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਭਗਤੀ ਦੇ ਵਿੱਚ, ਤਾਂ ਸਾਨੂੰ ਜਿਹੜਾ ਸੰਸਾਰ ਦੇ ਨਾਲ ਸਾਡਾ ਜਿਹੜਾ ਲਗਾਵ ਹੈ, ਜਿਹੜੇ ਸੰਸਾਰ ਦੇ ਖੂੰਟੇ ਨਾਲ ਅਸੀਂ ਬੰਨੇ ਹੋਏ ਹਾਂ, ਉਹ ਖੂੰਟਾ ਸਾਨੂੰ ਖੋਲਣਾ ਪਏਗਾ। ਠੀਕ ਹੈ, ਤੇ ਇਸ ਕਰਕੇ ਸਾਡਾ ਜਿਹੜਾ ਲਗਾਵ ਹੈ ਸੰਸਾਰ ਦੇ ਨਾਲ ਉਹ ਖਤਮ ਹੋਣਾ ਜ਼ਰੂਰੀ ਹੈ। ਤੇ ਭਗਵਾਨ ਸਾਨੂੰ ਸਭ ਤੋਂ ਪਹਿਲਾਂ ਸਾਡੀ ਕਮਜ਼ੋਰੀਆਂ ਦੱਸਦੇ ਨੇ ਕਿ ਇਹ ਤੁਹਾਡੀ ਕਮਜ਼ੋਰੀ ਹੈ, ਔਰ ਜਿਹੜੀ ਸਾਡੀ ਸਭ ਤੋਂ ਵੱਧ ਕਮਜ਼ੋਰੀ ਹੁੰਦੀ ਹੈ, ਸਭ ਤੋਂ ਮੇਨ ਜਿਹੜੀ ਕਮਜ਼ੋਰੀ ਹੈ ਉਹ ਹੈਗੀ ਸਾਡਾ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਸਟੇਟਸ ਨਾਲ, ਆਪਣੇ ਵਸਤੂਆਂ ਦੇ ਨਾਲ ਜੋ ਸਾਡੀ ਪੋਜੈਸ਼ਨ ਵਿੱਚ ਨੇ, ਉਹਨਾਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਲਗਾਵ ਹੈ। ਤੇ ਭਗਵਾਨ ਇੱਥੇ ਵੀ ਅਰਜੁਨ ਨੂੰ ਜਾਣਬੁੱਝ ਕੇ ਭੀਸ਼ਮ ਔਰ द्रोण ਦੇ ਸਾਹਮਣੇ ਲੈ ਕੇ ਗਏ ਨੇ। ਭਗਵਾਨ ਨੂੰ ਪਤਾ ਹੈ ਕਿ ਅਰਜੁਨ ਦਾ ਇਹਨਾਂ ਨਾਲ ਬਹੁਤ ਲਗਾਵ ਹੈ, ਤੇ ਅਰਜੁਨ ਇੱਥੇ ਜਾ ਕੇ ਯੁੱਧ ਕਰਨ ਤੋਂ ਮਨਾ ਕਰ ਦੇਣਗੇ। ਔਰ ਫਿਰ ਕਿਉਂਕਿ ਭਗਵਾਨ ਜਿਹੜਾ ਵੀ ਕੰਮ ਕਰਦੇ ਨੇ ਉਹ ਇੱਕ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ। ਠੀਕ ਹੈ, ਜਿੱਦਾਂ ਜੇ ਭਗਵਾਨ ਨੇ ਪ੍ਰਗਟ ਹੋਣਾ ਹੈ, ਠੀਕ ਹੈ, ਪ੍ਰਿਥਵੀ ਲੋਕ ਤੇ ਪ੍ਰਗਟ ਹੋਣਾ ਹੈ, ਕੰਸ ਨੂੰ ਮਾਰਨ ਲਈ ਆਏ, ਠੀਕ ਹੈ, ਭਗਤਾਂ ਨੂੰ ਆਨੰਦ ਦੇਣ ਲਈ ਆਏ, ਤਾਂ ਭਗਵਾਨ ਇੱਕ ਪ੍ਰੋਪਰ ਯੋਜਨਾਬੱਧ ਤਰੀਕੇ ਨਾਲ ਪ੍ਰਗਟ ਹੁੰਦੇ ਨੇ। ਏਦਾਂ ਨਹੀਂ ਕਿ ਹਾਂ ਬਸ ਭਗਵਾਨ ਹੈ, ਕਦੇ ਵੀ ਕੁਝ ਵੀ ਕਰ ਸਕਦੇ ਆ, ਤਾਂ ਭਗਵਾਨ ਆਣਗੇ ਔਰ ਬਸ ਪ੍ਰਗਟ ਹੋ ਜਾਣਗੇ। ਠੀਕ ਹੈ, ਆਪੇ ਕ੍ਰਿਸ਼ਨਾ ਬੁੱਕ 'ਚ ਭਗਤਾਂ ਨੇ ਪੜ੍ਹਿਆ ਹੋਏਗਾ ਕਿ ਪਹਿਲਾਂ ਜਿਹੜੀ ਪ੍ਰਿਥਵੀ ਦੇਵੀ ਹੈ ਗਊ ਮਾਤਾ ਦਾ ਰੂਪ ਲੈ ਕੇ ਜਾਂਦੀ ਹੈ, ਪ੍ਰਾਰਥਨਾ ਕਰਦੇ ਨੇ ਕਿ ਫਿਰ ਉਹ ਸਾਰੇ ਦੇਵੀ ਦੇਵਤਾ ਪ੍ਰਾਰਥਨਾ ਕਰਦੇ ਨੇ ਭਗਵਾਨ ਨੂੰ ਪ੍ਰਗਟ ਹੋਣ ਲਈ, ਤੇ ਫਿਰ ਉਸ ਤੋਂ ਬਾਅਦ ਭਗਵਾਨ ਇੱਕ ਯੋਜਨਾਬੱਧ ਤਰੀਕੇ ਨਾਲ ਆਉਂਦੇ ਨੇ। ਦੇਵਕੀ ਜੀ ਦੇ 8 ਸੰਤਾਨਾਂ ਹੈ, 8ਵੀਂ ਸੰਤਾਨ ਹੈ ਜਿਹੜੀ ਉਹਦੇ 8ਵੀਂ ਸੰਤਾਨ ਵਜੋਂ ਭਗਵਾਨ ਖੁਦ ਆਉਂਦੇ ਨੇ,
ਤੇ ਭਗਵਾਨ ਚਾਹੁੰਦੇ ਤਾਂ ਉਹ ਐਜ਼ ਅ ਫਸਟ ਚਾਈਲਡ ਵੀ ਆ ਸਕਦੇ ਸੀ, ਪਹਿਲੀ ਸੰਤਾਨ ਵੀ ਹੋ ਸਕਦੀ ਸੀ ਦੇਵਕੀ ਦੀ, ਠੀਕ ਹੈ ਨਾ। ਲੇਕਿਨ ਭਗਵਾਨ ਜੋ ਕੁਝ ਵੀ ਕਰ ਰਹੇ ਨੇ ਉਹ ਇੱਕ ਪ੍ਰੋਪਰ ਯੋਜਨਾਬੱਧ ਤਰੀਕੇ ਨਾਲ ਕਰਦੇ ਨੇ। ਤੇ ਭਗਵਾਨ ਇੱਕ ਇਸ ਯੋਜਨਾ ਦੇ ਤਹਿਤ ਹੀ ਅਰਜੁਨ ਨੂੰ ਭੀਸ਼ਮ ਔਰ ਦ੍ਰੋਣ ਦੇ ਸਾਹਮਣੇ ਲੈ ਕੇ ਗਏ, ਕਿਉਂਕਿ ਭਗਵਾਨ ਨੂੰ ਪਤਾ ਹੈ ਕਿ ਭੀਸ਼ਮ ਔਰ ਦ੍ਰੋਣ ਨੂੰ ਸਾਹਮਣੇ ਦੇਖ ਕੇ ਅਰਜੁਨ ਕਦੇ ਵੀ ਯੁੱਧ ਕਰਨ ਦੇ ਬਾਰੇ ਨਹੀਂ ਸੋਚਣਗੇ ਤੇ ਉਹ ਕਮਜ਼ੋਰ ਪੈ ਜਾਣਗੇ। ਤੇ ਜਦੋਂ ਅਰਜੁਨ ਕਮਜ਼ੋਰ ਪੈ ਜਾਣਗੇ, ਉਹ ਆਪਣੇ ਜੋ ਵੀ ਉਹਨਾਂ ਦੇ ਸੰਦੇਹ ਨੇ, ਜੋ ਵੀ ਉਹਨਾਂ ਦੇ ਡਾਊਟਸ ਨੇ, ਉਹ ਭਗਵਾਨ ਦੇ ਸਾਹਮਣੇ ਰੱਖਣਗੇ ਤੇ ਭਗਵਾਨ ਫਿਰ ਉਹਨਾਂ ਨੂੰ ਅੱਗੇ ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦੀ ਜਿਹੜੀ ਸੋ ਕਾਲਡ ਅਗਿਆਨਤਾ ਹੈ ਉਹਨੂੰ ਦੂਰ ਕਰਨਗੇ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਸਾਨੂੰ ਸਾਡੀ ਕਮਜ਼ੋਰੀਆਂ, ਠੀਕ ਹੈ, ਨਹੀਂ ਪਤਾ ਚੱਲਦੀਆਂ, ਉਦੋਂ ਤੱਕ ਅਸੀਂ ਆਪਣੇ ਆਪ ਨੂੰ ਕਦੇ ਇੰਪਰੂਵ ਨਹੀਂ ਕਰ ਸਕਦੇ। ਇਸ ਕਰਕੇ ਜਦੋਂ ਅਸੀਂ ਕ੍ਰਿਸ਼ਨਾ ਕੌਂਸ਼ੀਅਸਨੈਸ ਦੇ ਵਿੱਚ ਆਉਂਦੇ ਹਾਂ, ਠੀਕ ਹੈ, ਕ੍ਰਿਸ਼ਨ ਭਾਵਨਾ ਅੰਮ੍ਰਿਤ ਚ ਆਉਂਦੇ ਹਾਂ, ਤਾਂ ਭਗਵਾਨ ਸਾਨੂੰ ਸਭ ਤੋਂ ਪਹਿਲਾਂ ਕੀ ਕਿਰਪਾ ਕਰਦੇ ਨੇ? ਭਗਵਾਨ ਸਾਨੂੰ ਸਭ ਤੋਂ ਪਹਿਲਾਂ ਸਾਡੀ ਕਮਜ਼ੋਰੀਆਂ ਦੇ ਬਾਰੇ ਦੱਸਦੇ ਨੇ, ਠੀਕ ਹੈ। ਇਹ ਤੁਹਾਡੀ ਕਮਜ਼ੋਰੀ ਹੈ ਕਿਉਂਕਿ ਤੁਹਾਨੂੰ ਆਪਣੀ ਫੈਮਿਲੀ ਨਾਲ ਅਟੈਚਮੈਂਟ ਹੈ, ਤੁਹਾਡੀ ਬਹੁਤ ਵੱਡੀ ਕਮਜ਼ੋਰੀ ਹੈ, ਠੀਕ ਹੈ। ਤੁਹਾਨੂੰ ਆਪਣੇ ਸਟੇਟਸ ਨਾਲ ਅਟੈਚਮੈਂਟ ਹੈ, ਤੁਹਾਡੀ ਬਹੁਤ ਵੱਡੀ ਕਮਜ਼ੋਰੀ ਹੈ। ਸੋ ਐਂਡ ਸੋ ਔਨ, ਇਸ ਤਰ੍ਹਾਂ ਲਾਈਕ ਇੱਕ ਸਾਡੇ ਡਿਵੋਟੀ ਨੇ, ਬਹੁਤ ਅੱਛੇ ਇਨੀਸ਼ੀਏਟਡ ਡਿਵੋਟੀ ਨੇ। ਸੋ ਉਹ ਕਿਸੇ ਹਸਪੀਟਲ 'ਚ ਕੰਮ ਕਰ ਰਹੇ ਸੀਗੇ ਆਲਰੇਡੀ, ਠੀਕ ਹੈ। ਤੇ ਉਹਨਾਂ ਨੇ ਹਸਪੀਟਲ 'ਚ ਹੁਣ ਮੇਲ ਫੀਮੇਲ ਸਾਰੇ ਪੇਸ਼ੈਂਟਸ ਆਉਂਦੇ ਨੇ ਉੱਥੇ, ਸਾਰੇ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਉੱਥੇ, ਠੀਕ ਹੈ। ਤੇ ਕ੍ਰਿਸ਼ਨਾ ਕੌਂਸ਼ੀਅਸਨੈਸ 'ਚ ਆਉਣ ਤੋਂ ਪਹਿਲਾਂ ਉਹਨਾਂ ਦਾ ਐਕਸਪੀਰੀਅੰਸ ਕੀ ਸੀਗਾ ਕਿ ਠੀਕ ਹੈ, ਮੇਲ ਡਿਵੋਟੀ ਹੈ, ਅਸੀਂ ਉਹਨੂੰ ਵੀ ਟੱਚ ਕਰਨਾ ਹੈ, ਉਹਨੂੰ ਵੀ ਟ੍ਰੀਟਮੈਂਟ ਦੇਣਾ ਹੈ। ਫੀਮੇਲ ਡਿਵੋਟੀ ਨੂੰ ਵੀ ਟੱਚ ਕਰਨਾ ਹੈ, ਉਹਨੂੰ ਵੀ ਟ੍ਰੀਟਮੈਂਟ ਦੇਣਾ ਹੈ। ਤੇ ਮਤਲਬ ਆਈ ਮੀਨ ਟੂ ਸੇ ਕਿ ਕੁਛ ਲੋਕੀ ਜਿੱਦਾਂ ਥੋੜਾ ਬਹੁਤ ਇੰਜੋਏ ਕਰਦੇ ਨੇ ਕਿ ਹਾਂ ਚਲੋ ਫੀਮੇਲ ਡਿਵੋਟੀ ਫੀਮੇਲ ਪੇਸ਼ੈਂਟ ਹੈ, ਉਹਨੂੰ ਟੱਚ ਕਰ ਲਿਆ ਥੋੜਾ ਜਿਹਾ, ਠੀਕ ਹੈ ਨਾ। ਬਟ ਕ੍ਰਿਸ਼ਨਾ ਕੌਂਸ਼ੀਅਸਨੈਸ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਕਿ ਹੁਣ ਜਦੋਂ ਵੀ ਕੋਈ ਫੀਮੇਲ ਡਿਵੋਟੀ ਆਉਂਦੀ, ਕੋਈ ਫੀਮੇਲ ਪੇਸ਼ੈਂਟ ਆਉਂਦੀ ਹੈ ਉਹਨਾਂ ਕੋਲ, ਤੇ ਉਹਨਾਂ ਨੂੰ ਮਤਲਬ ਥੋੜਾ ਹੈਸੀਟੇਸ਼ਨ ਹੁੰਦੀ ਹੈ ਕਿ ਮਤਲਬ ਫੀਮੇਲਸ ਨੂੰ ਟੱਚ ਕਰਨਾ ਜਿੱਦਾਂ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ, ਠੀਕ ਹੈ ਨਾ। ਤੇ ਉਹ ਕਹਿੰਦੇ ਸੀਗੇ ਕਿ ਬਟ ਕਿਉਂਕਿ ਮੇਰਾ ਪ੍ਰੋਫੈਸ਼ਨ ਹੁਣ ਇਦਾਂ ਦਾ, ਤਾਂ ਮੈਨੂੰ ਇਹ ਕੰਮ ਜਿਹੜਾ ਇਸ ਤਰੀਕੇ ਨਾਲ ਕਰਨਾ ਹੀ ਪੈਂਦਾ, ਮੇਰੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ। ਲੇਕਿਨ ਪੁਆਇੰਟ ਇਹ ਹੈ ਕਿ ਚਲੋ ਠੀਕ ਹੈ, ਉਹਨਾਂ ਦਾ ਪ੍ਰੋਫੈਸ਼ਨ ਇਹ ਹੈ, ਬਟ ਭਗਵਾਨ ਦੀ ਇਹ ਕਿਰਪਾ ਰਹੀ ਹੈ ਕਿ ਜਿਸ ਕੰਮ 'ਚ ਕਿਸੇ ਟਾਈਮ ਕੋਈ ਪਰਸਨ ਇੰਜੋਏ ਕਰਦਾ ਹੈ, ਆਨੰਦ ਪ੍ਰਾਪਤ ਕਰਦਾ ਹੈ, ਉਸ ਸੋ ਕਾਲਡ ਆਨੰਦ ਤੋਂ ਸਾਨੂੰ ਜਿਹੜੀ ਹੈ ਹੌਲੀ ਹੌਲੀ ਨਫ਼ਰਤ ਹੋਣੀ ਸਟਾਰਟ ਹੋ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਨਹੀਂ, ਮਤਲਬ ਦਿਸ ਇਜ਼ ਏ ਵੇਸਟੇਜ ਆਫ ਟਾਈਮ, ਐਨਰਜੀ, ਠੀਕ ਹੈ। ਮਤਲਬ ਅਸੀਂ ਆਪਣਾ ਇਹਦੇ ਉੱਪਰ ਸਮਾਂ ਅਤੇ ਆਪਣੀ ਜਿਹੜੀ ਊਰਜਾ ਹੈ ਉਹ ਬਰਬਾਦ ਕਰ ਰਹੇ ਹਾਂ, ਠੀਕ ਹੈ। ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ। ਜੋ ਕੁਝ ਵੀ ਆਨੰਦ ਹੈ ਉਹ ਭਗਵਾਨ ਦੀ ਭਗਤੀ ਦੇ ਵਿੱਚ ਹੈ, ਭਗਵਾਨ ਦੇ ਭਗਤਾਂ ਦੇ ਸੰਗ ਦੇ ਵਿੱਚ ਆਨੰਦ ਹੈ। ਤੇ ਮਤਲਬ ਜੋ ਵੀ ਅਸੀਂ ਇਸ ਤੋਂ ਇਲਾਵਾ ਜੋ ਵੀ ਅਸੀਂ ਫਾਲਤੂ ਦੇ ਕੰਮਾਂ ਦੇ ਵਿੱਚ ਆਨੰਦ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸਲ ਦੇ ਵਿੱਚ ਉਹ ਆਨੰਦ ਝੂਠਾ ਹੈ, ਠੀਕ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ ਭਗਵਾਨ ਜਿਹੜੇ ਨੇ ਉਹ ਸਾਨੂੰ ਇਹ ਬੜੀ ਛੇਤੀ ਰਿਅਲਾਈਜ਼ ਕਰਾ ਦਿੰਦੇ ਨੇ। ਜੇ ਅਸੀਂ ਭਗਤੀ ਵਿੱਚ ਸਿੰਸੀਅਰਲੀ ਥੋੜੇ ਐਫਰਟ ਕਰਦੇ ਹਾਂ, ਅਸੀਂ ਥੋੜਾ ਜਿਹਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਭਗਵਾਨ ਰਿਅਲਾਈਜ਼ ਕਰਾ ਦਿੰਦੇ ਆ ਕਿ ਇਹ ਤੁਸੀਂ ਇੱਥੇ ਗਲਤ ਕੰਮ ਕਰ ਰਹੇ ਹੋ, ਇਹ ਤੁਹਾਡੀ ਕਮਜ਼ੋਰੀ ਹੈ, ਇਸ ਕਮਜ਼ੋਰੀ ਨੂੰ ਤੁਸੀਂ ਦੂਰ ਕਰੋ ਤਾਂ ਜੋ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਅੱਗੇ ਨੂੰ ਵੱਧ ਸਕੋ ਥੋੜਾ ਜਿਹਾ, ਠੀਕ ਹੈ। ਤੇ ਹੁਣ ਇੱਥੇ ਭਗਵਾਨ ਜਿਹੜੇ ਨੇ ਅਰਜੁਨ ਨੂੰ ਕਹਿ ਰਹੇ ਨੇ ਕਿ ਜਸਟ ਬੀ ਹੋਲਡ, ਕਹਿ ਰਹੇ ਨੇ ਕਿ ਹੇ ਅਰਜੁਨ ਦੇਖੋ, ਆਲ ਦਾ ਕੁਰੂਸ ਅਸੈਂਬਲਡ ਹੇਅਰ, ਜਿੰਨੇ ਵੀ ਕੌਰਵ ਇੱਥੇ ਇਕੱਠੇ ਹੋਏ ਨੇ ਉਹਨੂੰ ਤੁਸੀਂ ਦੇਖੋ। ਸੋ ਇੱਥੇ ਭਗਵਾਨ ਅਰਜੁਨ ਨੂੰ ਕਹਿ ਰਹੇ ਨੇ ਕਿ ਅਰਜੁਨ ਤੁਸੀਂ ਦੇਖੋ ਕਿ ਇੱਥੇ ਜਿਹੜੇ ਸਾਰੇ ਕੌਰਵ ਹੈ ਇਕੱਠੇ ਹੋ ਰੱਖੇ ਨੇ ਇੱਥੇ। ਸੋ ਭਗਵਾਨ ਨੇ ਜਿੱਦਾਂ ਸਾਨੂੰ ਇੱਕ ਕਿਹਾ ਜਾਂਦਾ ਇੱਥੇ ਆਪਣੇ ਕਿ ਇੰਡੀਪੈਂਡੈਂਟ ਇੱਕ ਵਿਲ ਪਾਵਰ ਦਿੱਤੀ ਹੋਈ ਹੈ, ਠੀਕ ਹੈ। ਇੰਡੀਪੈਂਡੈਂਟ ਸਾਡੇ ਕੋਲ ਮਤਲਬ ਸੁਤੰਤਰ ਇੱਛਾ ਹੈ, ਠੀਕ ਹੈ ਨਾ, ਕਿ ਅਸੀਂ ਕੁਝ ਵੀ ਇੱਛਾ ਕਰ ਸਕਦੇ ਹਾਂ ਔਰ ਭਗਵਾਨ ਕਦੇ ਉਸ ਇੱਛਾ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ।
ਤਾਂ ਭਗਵਾਨ ਇੱਥੇ ਵੀ ਅਰਜੁਨ ਨੂੰ ਇਹ ਕਹਿ ਰਹੇ ਨੇ ਕਿ ਅਰਜੁਨ ਤੁਸੀਂ ਖੁਦ ਦੇਖੋ ਕਿ ਇਹ ਤੁਹਾਡੇ ਸਾਹਮਣੇ ਜਿਹੜੇ ਖੜੇ ਨੇ ਤੁਹਾਡੇ ਰਿਸ਼ਤੇਦਾਰ ਨੇ, ਤੁਸੀਂ ਦੇਖੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਭਗਵਾਨ ਅਰਜੁਨ ਨੂੰ ਇੱਥੇ ਫੋਰਸ ਨਹੀਂ ਕਰ ਰਹੇ ਯੁੱਧ ਕਰਨ ਵਾਸਤੇ। ਭਗਵਾਨ ਅਰਜੁਨ ਨੂੰ ਕਹਿ ਰਹੇ ਨੇ ਕਿ ਠੀਕ ਹੈ, ਅਰਜੁਨ ਨੇ ਕਿਹਾ ਕਿ ਮੇਰਾ ਰੱਥ ਲੈ ਚਲੋ, ਭਗਵਾਨ ਉਹਨਾਂ ਦਾ ਰੱਥ ਲੈ ਗਏ ਤੇ ਫਿਰ ਭਗਵਾਨ ਨੇ ਅਰਜੁਨ ਨੂੰ ਭੀਮ ਦਰੋਣ ਦੇ ਸਾਹਮਣੇ ਖੜੇ ਹੋ ਕੇ ਕਿਹਾ ਕਿ ਦੇਖ ਲਓ ਇਹ ਤੁਹਾਡੇ ਸਾਹਮਣੇ ਖੜੇ ਨੇ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਤਾਂ ਭਗਵਾਨ ਜਿਹੜੇ ਹੈ ਕਦੇ ਵੀ ਸਾਡੀ ਜਿਹੜੀ ਫ੍ਰੀ ਵਿਲ ਹੈ, ਸੁਤੰਤਰ ਇੱਛਾ ਹੈ, ਉਹਦੇ ਵਿੱਚ ਕਦੇ ਵੀ ਇੰਟਰਫੇਅਰ ਨਹੀਂ ਕਰਦੇ, ਕਿਉਂਕਿ ਭਗਵਾਨ ਚਾਹੁੰਦੇ ਨੇ ਕਿ ਜੀਵ ਜਦੋਂ ਇੱਛਾ ਕਰੇਗਾ, ਠੀਕ ਹੈ, ਇੱਛਾ ਕਰੇਗਾ ਔਰ ਉਸਦੇ ਇੱਛਾ ਦੇ ਅਨੁਰੂਪ ਪ੍ਰਯਾਸ ਕਰੇਗਾ, ਤਾਂ ਹੀ ਭਗਵਾਨ ਆਪਣੇ ਆਪ ਨੂੰ ਉਹਨੂੰ ਰਿਵੀਲ ਕਰਦੇ ਨੇ। ਹਾਲੇ ਤੱਕ ਅਰਜੁਨ ਨੇ ਕੋਈ ਇੱਛਾ ਪ੍ਰਗਟ ਨਹੀਂ ਕੀਤੀ ਭਗਵਾਨ ਦੇ ਸਾਹਮਣੇ। ਹਾਲੇ ਤੱਕ ਅਰਜੁਨ ਸਿਰਫ ਖੁਦ ਹੀ ਕਨਫਿਊਜ਼ ਨੇ, ਆਪਣੀ ਕਨਫਿਊਜ਼ਨ ਉਹਨਾਂ ਨੇ ਭਗਵਾਨ ਦੇ ਸਾਹਮਣੇ ਪ੍ਰੋਪਰ ਹਲੇ ਨਹੀਂ ਰੱਖੀ, ਠੀਕ ਹੈ। ਇਸ ਕਰਕੇ ਭਗਵਾਨ ਉਹਨਾਂ ਨੂੰ ਖੁਦ ਕਹਿ ਰਹੇ ਨੇ ਕਿ ਭਗਵਾਨ ਅਰਜੁਨ ਨੂੰ ਕਿ ਤੁਸੀਂ ਦੇਖੋ ਇਹ ਤੁਹਾਡੇ ਸਾਰੇ ਗੁਰੂ ਔਰ ਤੁਹਾਡੇ ਸਾਰੇ ਰਿਲੇਟਿਵ ਇੱਥੇ ਖੜੇ ਨੇ, ਤੁਸੀਂ ਦੇਖੋ ਤੁਸੀਂ ਕੀ ਕਰਨਾ ਚਾਹੁੰਦੇ ਹੋ। ਤੇ ਇੱਥੇ ਜਿਹੜੇ ਭਗਵਾਨ ਨੇ ਅਰਜੁਨ ਨੂੰ ਪਾਰਥ ਕਹਿ ਕੇ ਸੰਬੋਧਿਤ ਕੀਤਾ ਹੈ। ਤੇ ਪਾਰਥ ਭਗਵਾਨ ਇਸ ਕਰਕੇ ਅਰਜੁਨ ਨੂੰ ਸੰਬੋਧਿਤ ਕਰ ਰਹੇ ਨੇ ਕਿਉਂਕਿ ਜਿਹੜੇ ਅਰਜੁਨ ਨੇ ਉਹ ਭਗਵਾਨ ਦੇ ਰਿਸ਼ਤੇਦਾਰ ਨੇ। ਭਗਵਾਨ ਦੀ ਬੂਆ ਪ੍ਰਿਥਾ ਦੇਵੀ ਉਹਨਾਂ ਦੇ ਪੁੱਤਰ ਨੇ, ਤੇ ਪ੍ਰਿਥਾ ਦੇਵੀ ਦੇ ਪੁੱਤਰ ਉਹਨਾਂ ਨੂੰ ਪਾਰਥ ਕਿਹਾ ਜਾਂਦਾ ਹੈ ਅਰਜੁਨ ਨੂੰ। ਸੋ ਭਗਵਾਨ ਇੱਥੇ ਅਰਜੁਨ ਨੂੰ ਦੂਜੇ ਰਿਲੇਸ਼ਨਸ ਦੇ ਨਾਲ ਆਪਣਾ ਰਿਲੇਸ਼ਨ ਵੀ ਦੱਸ ਰਹੇ ਨੇ। ਭਗਵਾਨ ਕਹਿ ਰਹੇ ਨੇ ਕਿ ਠੀਕ ਹੈ ਅਰਜੁਨ, ਦੇਖੋ ਇਹ ਸਾਰੇ ਤੁਹਾਡੇ ਰਿਲੇਟਿਵ ਨੇ, ਬਟ ਮੈਂ ਵੀ ਤੁਹਾਡਾ ਰਿਲੇਟਿਵ ਹਾਂ, ਠੀਕ ਹੈ, ਤੁਸੀਂ ਮੇਰੇ ਰਿਲੇਟਿਵ ਹੋ, ਭਗਵਾਨ ਦੇ ਰਿਲੇਟਿਵ ਹੋ, ਠੀਕ ਹੈ। ਇਸ ਕਰਕੇ ਭਗਵਾਨ ਇਹ ਵੀ ਇੰਡੀਕੇਟ ਕਰ ਰਹੇ ਨੇ ਕਿ ਤੁਸੀਂ ਜੋ ਵੀ ਕੰਮ ਕਰੋਗੇ, ਤੁਸੀਂ ਇਹ ਵੀ ਦੇਖਣਾ ਹੈ ਕਿ ਉਹ ਮੇਰੇ ਵੀ ਸਟੇਟਸ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਐਦਾਂ ਨਹੀਂ ਕਿ ਤੁਸੀਂ ਸਿਰਫ ਇਹ ਦੇਖਣਾ ਹੈ ਕਿ ਹਾਂ ਉਹ ਮੇਰੇ ਰਿਸ਼ਤੇਦਾਰ ਨੇ, ਉਹ ਚਾਹੇ ਕਿੰਨੇ ਅਧਰਮੀ ਨੇ, ਕਿੰਨੇ ਪਾਪੀ ਨੇ, ਬਟ ਨਹੀਂ, ਭਗਵਾਨ ਨੂੰ ਤਾਂ ਪਤਾ ਹੈ ਕਿ ਅਰਜੁਨ ਮਨਾ ਕਰਨ ਜਾ ਰਹੇ ਨੇ, ਮੈਂ ਯੁੱਧ ਨਹੀਂ ਕਰਾਂਗਾ। ਤੇ ਭਗਵਾਨ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਇੰਡੀਕੇਟ ਵੀ ਕਰ ਰਹੇ ਨੇ ਕਿ ਤੁਸੀਂ ਜੋ ਵੀ ਡਿਸੀਜਨ ਲੈਣਾ ਹੈ, ਠੀਕ ਹੈ, ਉਹ ਗੁਰੂ ਨੇ, ਤੁਹਾਡੇ ਰਿਸ਼ਤੇਦਾਰ ਨੇ, ਬਟ ਇਸ ਪਾਸੇ ਇਹ ਵੀ ਦੇਖੋ ਕਿ ਯੂ ਆਰ ਆਲਸੋ ਮਾਈ ਰਿਲੇਟਿਵ, ਠੀਕ ਹੈ, ਤੁਸੀਂ ਮੇਰੇ ਵੀ ਰਿਸ਼ਤੇਦਾਰ ਹੈਗੇ ਹੋ, ਭਗਵਾਨ ਦੇ ਰਿਲੇਟਿਵ ਹੋ, ਤੇ ਤੁਸੀਂ ਮੇਰੇ ਸਟੇਟਸ ਦੇ ਹਿਸਾਬ ਨਾਲ ਵੀ ਕੰਮ ਕਰਨਾ ਹੈ। ਸਿਰਫ ਇੱਕ ਸਾਈਡਡ ਹੋ ਕੇ ਇੱਕ ਪਾਸੇ ਹੋ ਕੇ ਡਿਸੀਜਨ ਨਹੀਂ ਲੈਣਾ, ਜੋ ਵੀ ਲੈਣਾ ਦੋਨੋਂ ਸਾਈਡਾਂ ਦੇਖ ਕੇ ਹੀ ਡਿਸੀਜਨ ਲੈਣੇ ਹੈ। ਸੋ ਇਸ ਕਰਕੇ ਭਗਵਾਨ ਅਰਜੁਨ ਤੋਂ ਕਦੇ ਵੀ ਐਕਸਪੈਕਟ ਨਹੀਂ ਕਰਦੇ, ਕਿਉਂਕਿ ਭਗਵਾਨ ਦੇ ਰਿਲੇਟਿਵ ਨੇ ਅਰਜੁਨ, ਭਗਵਾਨ ਉਹਨਾਂ ਤੋਂ ਕਦੇ ਇਹ ਐਕਸਪੈਕਟ ਨਹੀਂ ਕਰਦੇ ਕਿ ਜਿਹੜੇ ਅਰਜੁਨ ਨੇ ਉਹ ਯੁੱਧ ਕਰਨ ਤੋਂ ਸਿੱਧਾ ਹੀ ਮਨਾ ਕਰ ਦੇਣ। ਭਗਵਾਨ ਚਾਹੁੰਦੇ ਨੇ ਕਿ ਠੀਕ ਹੈ ਉਹ ਸੋਚਣ, ਪੂਰਾ ਵਿਚਾਰ ਕਰਨ, ਔਰ ਪੂਰਾ ਸੋਚ ਵਿਚਾਰ ਕਰਕੇ ਜੋ ਉਹਨਾਂ ਨੂੰ ਠੀਕ ਲੱਗਦਾ ਫਿਰ ਉਹ ਡਿਸੀਜਨ ਲੈਣ। ਇਸ ਕਰਕੇ ਜਦੋਂ ਭਗਵਦ ਗੀਤਾ ਕੰਪਲੀਟ ਹੁੰਦੀ ਹੈ ਤਾਂ ਉੱਥੇ ਵੀ ਭਗਵਾਨ ਇਹੀ ਕਹਿੰਦੇ ਨੇ ਅਰਜੁਨ ਨੂੰ, ਯਥੇਛਸੀ ਤਥਾ ਕੁਰੂ, ਜੋ ਤੁਹਾਡੀ ਇੱਛਾ ਹੈ ਮੈਂ ਤੁਹਾਨੂੰ ਸਾਰਾ ਨੌਲੇਜ ਦੇ ਦਿੱਤੀ ਹੈ, ਸਾਰਾ ਗਿਆਨ ਦੇ ਦਿੱਤਾ ਹੈ, ਹੁਣ ਜੋ ਤੁਹਾਡੀ ਇੱਛਾ ਹੈਗੀ ਤੁਸੀਂ ਉਸ ਦੇ ਅਨੁਰੂਪ ਆਪਣਾ ਡਿਸੀਜਨ ਲੈ ਸਕਦੇ ਹੋ। ਉੱਥੇ ਜਾ ਕੇ ਵੀ ਭਗਵਾਨ ਨੇ ਅਰਜੁਨ ਨੂੰ ਫੋਰਸ ਨਹੀਂ ਕੀਤਾ, ਠੀਕ ਹੈ, ਕਿ ਤੁਸੀਂ ਯੁੱਧ ਕਰਨਾ ਹੀ ਕਰਨਾ ਹੈ। ਭਗਵਾਨ ਨੇ ਸਿਰਫ ਨੌਲੇਜ ਡਿਸੈਮੀਨੇਟ ਕੀਤੀ ਹੈ, ਨੌਲੇਜ ਅਰਜੁਨ ਨੂੰ ਦਿੱਤੀ ਹੈ, ਠੀਕ ਹੈ। ਉਸ ਨੌਲੇਜ ਦੇ ਬੇਸ ਤੇ ਫਿਰ ਅਰਜੁਨ ਆਪਣਾ ਡਿਸੀਜਨ ਲੈਂਦੇ ਨੇ ਕਿ ਹਾਂ ਠੀਕ ਹੈ ਮੈਂ ਯੁੱਧ ਕਰਨ ਲਈ ਰੈਡੀ ਹਾਂ, ਤੇ ਮੈਂ ਅਧਰਮ ਦਾ ਨਾਸ਼ ਕਰਾਂਗਾ ਤੇ ਧਰਮ ਦੇ ਸਾਈਡ ਤੋਂ ਮੈਂ ਜਿਹੜਾ ਯੁੱਧ ਕਰਾਂਗਾ। ਸੋ ਇਸ ਤਰੀਕੇ ਨਾਲ ਇਹ ਜਿਹੜੇ ਦੋ ਸ਼ਲੋਕ ਨੇ, ਐਕਚੁਅਲੀ ਕੀ ਹੈ ਕਿ ਫਸਟ ਚੈਪਟਰ ਜਿਹੜਾ ਹੈ ਉਹ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੰਪਲ ਅਤੇ ਬੇਸਿਕ ਜਿਹਾ ਪ੍ਰਤੀਤ ਹੁੰਦਾ ਹੈ, ਬਟ ਜਿਹੜਾ ਫਸਟ ਚੈਪਟਰ ਹੈ ਉਹ ਪੂਰੀ ਭਗਵਦ ਗੀਤਾ ਦੀ ਪ੍ਰਿਸ਼ਠਭੂਮੀ ਹੈ, ਔਰ ਇਹਦੇ ਵਿੱਚ ਜਿਹੜੇ ਪ੍ਰਭੂਪਾਦ ਜੀ ਨੇ ਜਿਸ ਤਰੀਕੇ ਨਾਲ ਸਾਨੂੰ ਸਮਝਾਇਆ ਹੈ, ਠੀਕ ਹੈ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਬਰੀਫਿੰਗ ਦਿੱਤੀ ਹੈ ਇਸ ਚੈਪਟਰ ਦੀ, ਉਸ ਬਰੀਫਿੰਗ ਤੋਂ ਪਤਾ ਚੱਲਦਾ ਹੈ ਕਿ ਐਕਚੁਅਲੀ ਕਿ ਜਿਹੜਾ ਫਸਟ ਚੈਪਟਰ ਹੈ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਤੇ ਫਸਟ ਚੈਪਟਰ ਓਕੇ, तो ਜਿਹੜਾ ਇਹ ਫਸਟ ਚੈਪਟਰ ਹੈ ਇਹ ਭਗਵਦ ਗੀਤਾ ਦੀ ਬੇਸਿਕਲੀ ਨੀਮ ਹੈ, ਠੀਕ ਹੈ ਨਾ। ਐਨੀਵੇਜ਼ ਇੱਥੇ ਇਸ ਸ਼ਲੋਕ ਦੇ ਵਿੱਚ
ਜਿੱਦਾਂ ਭਗਵਾਨ ਕਹਿ ਰਹੇ ਨੇ ਕਿ ਇਨ ਦਾ ਪ੍ਰੈਜ਼ੈਂਸ ਆਫ ਭੀਸ਼ਮ, ਦ੍ਰੋਣ ਐਂਡ ਆਲ ਅਦਰ ਚੀਫਟਨਸ ਆਫ ਦਾ ਵਰਲਡ, the Lord said, just behold Partha, all the Kurus assembled here। ਤੇ ਇਹਦੇ ਵਿੱਚ ਪ੍ਰਭੂਪਾਦ ਜੀ ਇਹਦੇ ਪਰਪੜ ਦੇ ਵਿੱਚ ਅੱਗੇ ਲਿਖ ਰਹੇ ਨੇ ਕਿ ਕਿਉਂਕਿ ਭਗਵਾਨ ਰਿਸ਼ੀਕੇਸ਼ ਨੇ, ਇੰਦਰੀਆਂ ਦੇ ਸਵਾਮੀ ਨੇ, ਇਸ ਕਰਕੇ ਭਗਵਾਨ ਆਲਰੇਡੀ ਸਾਰਾ ਕੁਝ ਜਾਣਦੇ ਨੇ, ਠੀਕ ਹੈ। ਔਰ ਅਰਜੁਨ ਨੂੰ ਭਗਵਾਨ ਇਹ ਦੱਸਣਾ ਚਾਹੁੰਦੇ ਨੇ ਕਿ ਜਿਹੜੇ ਅਰਜੁਨ ਨੇ ਉਹ ਭਗਵਾਨ ਦੀ ਬੂਆ ਦੇ, ਯਾਨੀ ਭਗਵਾਨ ਦੇ ਫਾਦਰ ਦੀ ਸਿਸਟਰ ਜਿਹੜੀ ਹੈ ਉਹਨਾਂ ਦੇ ਪੁੱਤਰ ਨੇ, ਠੀਕ ਹੈ। ਇਸ ਕਰਕੇ ਜਿਹੜੇ ਭਗਵਾਨ ਨੇ ਅਰਜੁਨ ਦੇ ਸਾਰਥੀ ਬਣੇ ਨੇ, ਠੀਕ ਹੈ। ਇਸ ਸ਼ਲੋਕ ਦੇ ਵਿੱਚ ਪ੍ਰਭੂਪਾਦ ਜੀ ਨੇ ਪਰਪਟ 'ਚ ਇਹ ਵੀ ਚੀਜ਼ ਮੈਂਸ਼ਨ ਕੀਤੀ ਹੈ ਕਿ ਭਗਵਾਨ ਨੇ ਅਰਜੁਨ ਦਾ ਸਾਰਥੀ ਬਣਨਾ ਕਿਉਂ ਸਵੀਕਾਰ ਕੀਤਾ, ਕਿਉਂਕਿ ਭਗਵਾਨ ਜਿਹੜੇ ਅਰਜੁਨ ਨੇ ਭਗਵਾਨ ਦੇ ਰਿਲੇਟਿਵ ਨੇ ਔਰ ਭਗਵਾਨ ਦੇ ਫਰੈਂਡ ਵੀ ਨੇ, ਠੀਕ ਹੈ। ਤੇ ਭਗਵਾਨ ਆਪਣੇ ਫਰੈਂਡ ਦੇ ਨਾਲ, ਆਪਣੇ ਮਿੱਤਰ ਦੇ ਨਾਲ ਕਿਸੇ ਵੀ ਤਰੀਕੇ ਦਾ ਮਤਲਬ ਫਾਰਮੈਲਿਟੀ ਜਾਂ ਮਤਲਬ ਫਾਰਮਲ ਨਹੀਂ ਹੋਣਾ ਚਾਹੁੰਦੇ ਕਿਸੇ ਵੀ ਤਰੀਕੇ ਨਾਲ, ਠੀਕ ਹੈ। ਉਹ ਆਪਣੇ, ਜਿੱਦਾਂ ਕਹਿੰਦੇ ਨੇ ਕਿ ਸੱਚਾ ਮਿੱਤਰ ਹੋਈ ਹੈ ਜਿਹੜਾ ਮੁਸੀਬਤ ਵੇਲੇ ਕੰਮ ਆਵੇ, ਅ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ। ਤੇ ਭਗਵਾਨ ਨੂੰ ਪਤਾ ਹੈ ਕਿ ਜਿਹੜੇ ਅਰਜੁਨ ਨੇ ਉਹਨਾਂ ਨੂੰ ਇਸ ਟਾਈਮ ਯੁੱਧ ਭੂਮੀ ਵਿੱਚ ਭਗਵਾਨ ਦੀ ਹੈਲਪ ਦੀ ਜ਼ਰੂਰਤ ਪੈਣੀ ਹੈ ਅੱਗੇ, ਠੀਕ ਹੈ। ਭਗਵਾਨ ਦੀ ਸਮੇਂ-ਸਮੇਂ ਤੇ ਲੋੜ ਪੈਣੀ ਹੈ। ਇਸ ਕਰਕੇ ਭਗਵਾਨ ਨੇ ਇਹ ਡਿਸਾਈਡ ਕੀਤਾ ਕਿ ਭਗਵਾਨ ਜਿਹੜੇ ਕੰਟੀਨਿਊਸਲੀ ਅਰਜੁਨ ਦੇ ਨਾਲ ਰਹਿਣਗੇ, ਠੀਕ ਹੈ। ਔਰ ਅਰਜੁਨ ਦੇ ਨਾਲ ਰਹਿਣ ਲਈ ਸਭ ਤੋਂ ਵੱਧ ਜਿਹੜਾ ਵਧੀਆ ਤਰੀਕਾ ਸੀ ਉਹ ਕੀ ਸੀ ਕਿ ਭਗਵਾਨ ਜਿਹੜੇ ਅਰਜੁਨ ਦੇ ਸਾਰਥੀ ਬਣ ਗਏ, ਠੀਕ ਹੈ। ਕਿਉਂਕਿ ਸਾਰਥੀ ਤਾਂ ਕਦੇ ਵੀ ਆਪਣੇ ਸਵਾਮੀ ਨੂੰ ਕੱਲਾ ਛੱਡ ਕੇ ਇੱਥੇ ਉੱਥੇ ਨਹੀਂ ਜਾ ਸਕਦਾ। ਸਪੋਜ਼ ਅਗਰ ਭਗਵਾਨ ਕਿਸੇ ਦੂਜੇ ਰੱਥ ਤੇ ਹੁੰਦੇ ਤਾਂ ਕਿਸੇ ਟਾਈਮ ਲੜਦੇ ਇੱਥੇ ਉੱਥੇ ਵੀ ਹੋ ਸਕਦੇ ਨੇ, ਬਟ ਭਗਵਾਨ ਇਸ ਕਰਕੇ ਅਰਜੁਨ ਦੇ ਸਾਰਥੀ ਬਣੇ। ਜਿੱਦਾਂ ਮੈਂ ਕਿਹਾ ਸੀਗਾ ਪਹਿਲਾਂ ਕਿ ਭਗਵਾਨ ਦਾ ਜਿਹੜਾ ਵੀ ਕੰਮ ਹੁੰਦਾ ਉਹ ਪੂਰੇ ਯੋਜਨਾਬੱਧ ਤਰੀਕੇ ਨਾਲ ਹੁੰਦਾ, ਸਾਰਾ ਪ੍ਰੀ ਪਲਾਨਡ ਹੁੰਦਾ, ਔਰ ਭਗਵਾਨ ਆਪਣੇ ਪ੍ਰੋਪਰਲੀ ਪਲਾਨ ਦੇ ਅਕੋਰਡਿੰਗ ਸਾਰੇ ਕੰਮ ਕਰਦੇ ਨੇ, ਪੂਰੀ ਯੋਜਨਾ ਦੇ ਅਨੁਸਾਰ ਕੰਮ ਕਰਦੇ ਨੇ। ਤੇ ਇਸ ਕਰਕੇ ਇੱਥੇ ਭਗਵਾਨ ਨੇ ਅਰਜੁਨ ਦਾ ਸਾਰਥੀ ਬਣਨਾ ਵੀ ਇਸ ਕਰਕੇ ਡਿਸਾਈਡ ਕੀਤਾ ਕਿ ਭਗਵਾਨ ਨੂੰ ਹਰ ਸਮੇਂ ਅਰਜੁਨ ਦਾ ਸਾਥ ਦੇਣਾ ਹੈ, ਹਰ ਸਮੇਂ ਅਰਜੁਨ ਦੇ ਨਾਲ ਰਹਿਣਾ ਹੈ, ਕਿਉਂਕਿ ਭਗਵਾਨ ਅਰਜੁਨ ਦੇ ਫਰੈਂਡ ਨੇ। ਔਰ ਅਰਜੁਨ ਜਿਹੜੇ ਜਿਸ ਟਾਈਮ ਵੀ ਕਦੇ ਮੁਸੀਬਤ 'ਚ ਹੋਣਗੇ ਤਾਂ ਭਗਵਾਨ ਉਹਨਾਂ ਦੀ ਸਹਾਇਤਾ ਲਈ ਹਮੇਸ਼ਾ ਉੱਤੇ ਉਪਸਥਿਤ ਰਹਿਣ, ਠੀਕ ਹੈ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਸੰਸਾਰ ਦੇ ਜਿਹੜੇ ਸਾਡੇ ਰਿਸ਼ਤੇ ਨਾਤੇ ਹੈ ਜਾਂ ਸਾਡੇ ਜਿਹੜੇ ਸੰਸਾਰ ਦੇ ਜੋ ਵੀ ਸੰਸਾਰਿਕ ਮਿੱਤਰ ਨੇ, ਅਗਰ ਉਹ ਸਾਡੇ ਕੋਲ ਲੋੜ ਵੇਲੇ ਕਦੇ ਹੋ ਸਕਦਾ ਹੈ ਕਿ ਨਾ ਪਹੁੰਚਣ, ਲੇਕਿਨ ਭਗਵਾਨ ਸਾਡੇ ਸੁਹਿਰਦ ਨੇ। ਸੁਹਿਰਦ ਮਤਲਬ ਉਹਨੂੰ ਸੁਹਿਰਦ ਨੂੰ ਕਿੱਦਾਂ ਕਹਾਂਗੇ ਕਿ ਸਾਡੇ ਵੈਲਵਿਸ਼ਰ ਨੇ ਭਗਵਾਨ। ਤੇ ਭਗਵਾਨ ਬੀਇੰਗ ਆਵਰ ਵੈਲਵਿਸ਼ਰ ਉਹ ਹਮੇਸ਼ਾ ਸਾਡੀ ਹੈਲਪ ਦੇ ਲਈ ਪ੍ਰੈਜ਼ੈਂਟ ਰਹਿੰਦੇ ਨੇ। ਅਗਰ ਅਸੀਂ ਸਿੰਸੀਅਰਲੀ ਡਿਵੋਸ਼ਨ ਦੇ ਵਿੱਚ ਅੱਗੇ ਵਧਣਾ ਚਾਹ ਰਹੇ ਹਾਂ, ਅਸੀਂ ਸਿੰਸੀਅਰਲੀ ਡਿਵੋਸ਼ਨ ਕਰ ਰਹੇ ਹਾਂ, ਤਾਂ ਭਗਵਾਨ ਦੀ ਜਿਹੜੀ ਹੈਲਪ ਹੈ ਉਹ ਸਾਡੇ ਲਈ ਹਮੇਸ਼ਾ ਅਵੇਲੇਬਲ ਰਹਿੰਦੀ ਹੈ। ਨੋ ਡਾਊਟ ਕਿ ਜਿਹੜੇ ਭਗਵਾਨ ਦੇ ਸ਼ੁੱਧ ਭਗਤ ਹੁੰਦੇ ਨੇ ਉਹ ਭਗਵਾਨ ਤੋਂ ਕਿਸੇ ਵੀ ਤਰ੍ਹਾਂ ਦੀ ਹੈਲਪ ਹੈ ਜਿਹੜੀ ਮਤਲਬ ਲੈਣਾ ਨਹੀਂ ਚਾਹੁੰਦੇ, ਸਿਰਫ ਭਗਵਾਨ ਦੀ ਸੇਵਾ ਕਰਨਾ ਚਾਹੁੰਦੇ ਨੇ। ਲੇਕਿਨ ਫਿਰ ਵੀ ਭਗਵਾਨ ਜਿਹੜੇ ਨੇ ਉਹ ਆਪਣੀ ਹੈਲਪ ਨਾਲ ਹਮੇਸ਼ਾ ਭਗਤ ਲਈ ਜਿਹੜੇ ਹਮੇਸ਼ਾ ਰੈਡੀ ਰਹਿੰਦੇ ਨੇ, ਹਮੇਸ਼ਾ ਤਿਆਰ ਰਹਿੰਦੇ ਨੇ। ਸੋ ਇਸ ਸ਼ਲੋਕ ਦੇ ਵਿੱਚ ਭਗਵਾਨ ਇਹ ਵੀ ਸ਼ੋ ਕਰ ਰਹੇ ਨੇ ਕਿ ਮੈਂ ਅਰਜੁਨ ਦਾ ਸਾਰਥੀ ਬਣਿਆ, ਅਰਜੁਨ ਦੇ ਆਰਡਰਸ ਨੂੰ ਫੋਲੋ ਕਰ ਰਿਹਾ, ਠੀਕ ਹੈ। ਅਰਜੁਨ ਦੇ ਆਰਡਰਸ ਮੰਨ ਕੇ ਰੱਥ ਜਿਹੜਾ ਹੈ ਉਹ ਖਿੱਚ ਕੇ ਦੋਨੋਂ ਸੈਨਾਵਾਂ ਦੇ ਵਿਚਕਾਰ ਲੈ ਕੇ ਗਿਆ, ਠੀਕ ਹੈ। ਔਰ ਅਰਜੁਨ ਨੂੰ ਐਜ਼ ਅ ਰਿਲੇਟਿਵ ਸਮਝਾ ਵੀ ਰਹੇ ਨੇ ਕਿ ਅਰਜੁਨ ਜਿਹੜਾ ਵੀ ਕੰਮ ਕਰਨਾ ਹੈ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉਹ ਤੁਸੀਂ ਇੱਕ ਮੇਰੇ ਵੀ ਸਟੇਟਸ ਨੂੰ ਧਿਆਨ 'ਚ ਰੱਖਦੇ ਹੋਏ, ਠੀਕ ਹੈ, ਕਿ ਮੈਂ ਵੀ ਤੁਹਾਡਾ ਰਿਲੇਟਿਵ ਹਾਂ, ਠੀਕ ਹੈ, ਮੇਰੇ ਸਟੇਟਸ ਨੂੰ ਵੀ ਧਿਆਨ 'ਚ ਰੱਖਦੇ ਹੋ ਤੁਸੀਂ ਜੋ ਵੀ ਡਿਸੀਜ਼ਨ ਲੈਣਾ ਹੈ। ਤੇ ਇਸ ਤਰੀਕੇ ਨਾਲ ਜਿਹੜਾ ਇਹ ਸ਼ਲੋਕ ਹੈ ਪ੍ਰਭੂਪਾਦ ਜੀ ਨੇ ਐਕਸਪਲੇਨ ਕੀਤਾ ਹੈ, ਠੀਕ ਹੈ। ਇੱਥੇ ਮੈਂ ਇਹਦੀ ਐਕਸਪਲੇਨੇਸ਼ਨ ਨੂੰ ਥੋੜਾ ਜਿਹਾ ਵਿਰਾਮ ਦੇਣਾ ਚਾਹਾਂਗਾ। ਅਗਰ ਕੋਈ ਭਗਤ ਕਿਸੇ ਤਰ੍ਹਾਂ ਦਾ ਕੋਈ ਇਹਦੇ ਵਿੱਚ ਕਮੈਂਟਸ ਐਡ ਕਰਨਾ ਚਾਹੁੰਦੇ ਨੇ ਜਾਂ
ਕੁਝ ਸੁਜੈਸ਼ਨ ਦੇਣਾ ਚਾਹੁੰਦੇ ਨੇ ਜਾਂ ਕੁਝ ਕਿਸੇ ਦਾ ਕੋਈ ਪ੍ਰਸ਼ਨ ਹੈ ਤਾਂ ਆਪਾਂ ਡਿਸਕਸ ਕਰ ਸਕਦੇ ਹਾਂ। ਹਰੇ ਕ੍ਰਿਸ਼ਨਾ। ਹਰੇ ਕ੍ਰਿਸ਼ਨਾ। ਹਰੇ ਕ੍ਰਿਸ਼ਨਾ। ਜੇ ਕਿਸੇ ਵੀ ਡਿਵੋਟੀ ਦਾ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪ੍ਰਭੂ ਜੀ ਨੂੰ। ਤੁਸੀਂ ਹੈਂਡ ਰੇਜ਼ ਕਰ ਸਕਦੇ ਹੋ। ਜੇ ਤੁਹਾਨੂੰ ਹੈਂਡ ਰੇਜ਼ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਜਿਹੜਾ ਮੋਰ ਦੀ ਆਪਸ਼ਨ ਹੈ ਤੁਹਾਡੀ ਸਕਰੀਨ ਦੇ ਉੱਤੇ ਕਲਿੱਕ ਕਰੋਗੇ ਤਾਂ ਉਹਦੇ ਥੱਲੇ ਆਪਸ਼ਨ ਆਏਗੀ ਰੇਜ਼ ਹੈਂਡ ਦੀ, ਤੁਸੀਂ ਰੇਜ਼ ਹੈਂਡ ਕਰ ਸਕਦੇ ਹੋ। ਮੈਂ ਤੁਹਾਨੂੰ ਅਨਮਿਊਟ ਕਰ ਦਿਆਂਗਾ। ਹਰੇ ਕ੍ਰਿਸ਼ਨਾ। ਜੇ ਕਿਸੇ ਵੀ ਡਿਵੋਟੀ ਦਾ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਪ੍ਰਭੂ ਜੀ ਨੂੰ। ਸਾਨੂੰ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਕਿ ਪ੍ਰਭੂ ਜੀ ਠੀਕ ਵੀ ਨਹੀਂ ਨੇ ਪਰ ਫਿਰ ਵੀ ਪ੍ਰਭੂ ਜੀ ਪ੍ਰਵਚਨ ਕਰ ਰਹੇ ਨੇ। ਮੈਨੂੰ ਪ੍ਰਭੂ ਜੀ ਹੁਣੇ ਦੱਸਿਆ, ਰਾਮਨ ਪ੍ਰਭੂ ਜੀ ਨੇ ਦੱਸਿਆ ਮੈਨੂੰ ਹੁਣੇ, ਤੁਸੀਂ ਠੀਕ ਨਹੀਂ ਸੀਗੇ ਪਹਿਲਾਂ। ਹਰੇ ਕ੍ਰਿਸ਼ਨਾ। ਪ੍ਰਭੂ ਜੀ ਮੈਨੂੰ ਲੱਗ ਰਿਹਾ ਕਿਸੇ ਦਾ ਸਵਾਲ ਨਹੀਂ ਹੈ ਕੋਈ, ਤਾਂ ਬਹੁਤ ਓਕੇ, ਬਹੁਤ ਥੈਂਕ ਯੂ ਵੈਰੀ ਮਚ ਪ੍ਰਭੂ ਜੀ। ਠੀਕ ਹੈ। ਤੁਹਾਡੇ ਸਾਰੇ